ਹੈਲੋ ਸਟੂਡੈਂਟਸ, ਪਿਛਲੀ ਵੀਡੀਓ ਦੇ ਵਿੱਚ ਅਸੀਂ ਕਾਸਟ ਸਿਸਟਮ ਦਾ ਮੀਨਿੰਗ ਡੈਫੀਨੇਸ਼ਨਸ ਕੀਤੀਆਂ ਸੀ। ਅੱਜ ਅਸੀਂ ਕਾਸਟ ਦੇ ਉੱਤੇ ਐਜੂਕੇਸ਼ਨ ਦਾ ਕੀ ਪ੍ਰਭਾਵ ਪੈਂਦਾ ਹੈ ਜਾਂ ਕੀ ਚੇਂਜ ਆਈ ਆ ਹੁਣ ਤੱਕ ਕਾਸਟ ਸਿਸਟਮ ਦੇ ਵਿੱਚ ਇਨ ਇੰਡੀਅਨ ਸੋਸਾਇਟੀ, ਉਹ ਚੀਜ਼ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਕਰਾਂਗੇ ਕਾਸਟ ਇਨ ਇੰਡੀਪੈਂਡੈਂਟ ਇੰਡੀਆ। ਜਦੋਂ ਪਿਛਲੀ ਗੱਲ ਕਰੀਏ ਅਸੀਂ, ਜਦੋਂ ਅੰਗਰੇਜ਼ਾਂ ਦੇ ਜਾਣ ਦਾ ਟਾਈਮ ਸੀ ਜਾਂ ਭਾਰਤ ਸੁਤੰਤਰ ਹੋਣ ਤੋਂ ਇਮੀਡੀਏਟ ਪਹਿਲਾਂ ਜਿਹੜੇ ਅੰਗਰੇਜ਼ ਲੋਕ ਸੀ ਉਹਨਾਂ ਨੇ ਕਾਸਟ ਸਿਸਟਮ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਇੰਡੀਆ ਦੇ ਵਿੱਚੋਂ ਜਿਹੜਾ ਕਾਸਟਿਜ਼ਮ ਆ ਉਹ ਹਟ ਜਾਵੇ ਅਤੇ ਜਿਹੜੀ ਸੁਸਾਇਟੀ ਆ ਉਹ ਇਕੁਅਲ ਹੋ ਜਾਵੇ। ਪਰ ਟਾਈਮ ਦੇ ਨਾਲ ਨਾਲ ਉਹ ਚੀਜ਼ ਘਟੀ ਤਾਂ ਹੈ ਪਰ ਖ਼ਤਮ ਨਹੀਂ ਹੋਈ। ਇੱਥੇ ਅਸੀਂ ਕਹਿ ਸਕਦੇ ਹਾਂ ਕਿ ਜੋ ਵੀ ਅਲੱਗ-ਅਲੱਗ ਤਰ੍ਹਾਂ ਦੇ ਰਿਫੋਰਮਸ ਸੀਗੇ ਜਾਂ ਰਿਲੀਜੀਅਸ ਜਾਂ ਸੋਸ਼ਲ ਸੀਗੇ ਇੰਡੀਆ ਦੇ ਵਿੱਚ, ਉਹਨਾਂ ਨੇ ਕਾਫੀ ਜ਼ਿਆਦਾ ਜੜ੍ਹਾਂ ਜਿਹੜੀਆਂ ਨੇ ਕਾਸਟ ਸਿਸਟਮ ਦੀਆਂ ਮਜ਼ਬੂਤ ਕੀਤੀਆਂ। With the passage of time and in spite of the efforts of several religious and social reformers, caste system became very rigid in India. It also led to the attitude of big and small castes. It led to untouchability also. ਤਾਂ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਜਿਹੜੀਆਂ ਜਾਤੀਆਂ ਸੀਗੀਆਂ ਬਹੁਤ ਹੀ ਜ਼ਿਆਦਾ, ਜਿਹੜੀ ਜਾਤੀ ਪ੍ਰਥਾ ਸੀਗੀ ਬਹੁਤ ਹੀ ਜ਼ਿਆਦਾ ਮਜ਼ਬੂਤ ਸੀ। ਤਾਂ ਬਿਗ ਸਮਾਲ ਕਾਸਟ ਇਸ ਤਰ੍ਹਾਂ ਦੀ ਜਿਹੜੀ ਕੈਟਾਗਰੀਆਂ ਬਣਾਈਆਂ ਹੋਈਆਂ ਸੀ। ਇੱਥੇ ਇੱਕ ਪੌੜੀ ਕੰਮ ਕਰਦੀ ਸੀ ਜਿਹਦੇ ਵਿੱਚ ਹੇਠਲੇ ਡੰਡੇ, ਉੱਪਰਲੇ ਡੰਡੇ ਜਾਂ ਸਿਰੇ ਦੇ ਡੰਡੇ, ਇਸ ਤਰ੍ਹਾਂ ਦਾ ਕਾਸਟ ਸਿਸਟਮ ਚੱਲਦਾ ਸੀਗਾ। ਜਿਹੜੇ ਸ਼ੂਦਰ ਲੋਕ ਸੀਗੇ ਉਹ ਅਛੂਤ ਮੰਨੇ ਜਾਂਦੇ ਸੀਗੇ। ਤਾਂ ਅੰਗਰੇਜ਼ਾਂ ਨੇ ਕੀ ਕੀਤਾ, ਆ ਯੂਨੀਫਾਰਮ ਲੀਗਲ ਸਿਸਟਮ ਇੰਟਰੋਡਿਊਸਡ ਬਾਏ ਦਾ ਬ੍ਰਿਟਿਸ਼ ਮੇਡ ਦਾ ਇੰਡੀਅਨ ਫੀਲ that all men are equal before law। ਤਾਂ ਉਹਨਾਂ ਨੇ ਇੱਕ ਯੂਨੀਫਾਰਮ ਇਕੁਅਲ ਜਿਹੜਾ ਲੀਗਲ ਸਿਸਟਮ ਆ ਇੰਟਰੋਡਿਊਸ ਕੀਤਾ ਹੈ ਇੰਡੀਅਨ ਸੁਸਾਇਟੀ ਦੇ ਵਿੱਚ, ਤਾਂ ਕਿ ਸਾਰੇ ਭਾਰਤੀ ਫੀਲ ਕਰ ਸਕਣ, ਮਹਿਸੂਸ ਕਰ ਸਕਣ ਕਿ ਕਾਨੂੰਨ ਦੇ ਸਾਹਮਣੇ ਸਾਰੇ ਆਦਮੀ ਨੇ ਜਿਹੜੇ ਉਹ ਬਰਾਬਰ ਨੇ। ਅ ਨੰਬਰ ਆਫ ਲੈਜਿਸਲੇਸ਼ਨਸ ਵਿਚ ਦਾ ਬ੍ਰਿਟਿਸ਼ ਇੰਟਰੋਡਿਊਸਡ ਆਲਸੋ ਸਟਰਕ ਐਟ ਦਾ ਰੂਟ ਆਫ ਕਾਸਟ ਸਿਸਟਮ। ਤਾਂ ਬਹੁਤ ਸਾਰੇ ਉਹਨਾਂ ਨੇ ਕਾਨੂੰਨ ਵਿਵਸਥਾ ਜਿਹੜੀ ਆ ਸ਼ੁਰੂ ਕੀਤੀ ਤਾਂ ਕਿ ਜਿਹੜੀਆਂ ਇੰਡੀਅਨ ਸੁਸਾਇਟੀ ਦੇ ਵਿੱਚ ਕਾਸਟ ਸਿਸਟਮ ਦੀਆਂ ਜੜ੍ਹਾਂ ਨੇ ਉਹ ਪੁੱਟੀਆਂ ਜਾ ਸਕਣ। ਤਾਂ ਜਦੋਂ ਆਜ਼ਾਦੀ ਤੋਂ ਬਾਅਦ ਸਾਡਾ ਕੌਨਸਟੀਟਿਊਸ਼ਨ ਬਣਿਆ, ਸੰਵਿਧਾਨ ਬਣਿਆ, ਤਾਂ ਉਹਦੇ ਵਿੱਚ ਵੀ ਸੇਮ ਜਿਹੜਾ ਲੀਗਲ ਸਿਸਟਮ ਸੀਗਾ ਬ੍ਰਿਟਿਸ਼ ਦੁਆਰਾ ਉਹਨੂੰ ਫੋਲੋ ਕੀਤਾ ਗਿਆ। ਬ੍ਰਿਟਿਸ਼ ਨੇ ਬਣਾਇਆ ਸੀ ਜੋ ਵੀ ਇਕੁਐਲਿਟੀ ਵਾਲਾ ਸੁਸਾਇਟੀ ਦੇ ਵਿੱਚ। The Constitution of Independent India has not only assured equality to all, but also declared the practice of untouchability unlawful। ਤਾਂ ਇੱਥੇ ਸਿਰਫ ਇਹੀ ਨਹੀਂ ਕਿਹਾ ਗਿਆ ਕਿ ਇਕੁਐਲਿਟੀ ਹੋਣੀ ਚਾਹੀਦੀ ਆ ਸਮਾਜ ਦੇ ਵਿੱਚ, ਸਗੋਂ ਇਹ ਵੀ ਕਿਹਾ ਗਿਆ ਕਿ ਜਿਹੜੀ ਛੂਆ-ਛੂਤ ਦੀ ਭਾਵਨਾ ਹੈ ਉਹ ਗੈਰ ਕਾਨੂੰਨੀ ਮੰਨੀ ਜਾਵੇਗੀ। ਜੇ ਹੁਣ ਅਸੀਂ ਦੇਖੀਏ ਕਿ ਐਜੂਕੇਸ਼ਨ ਦਾ ਕੀ ਰੋਲ ਹੈ ਇੱਥੇ ਕਾਸਟ ਸਿਸਟਮ ਦੇ ਵਿੱਚ, ਤਾਂ ਵੈਰੀ ਇੰਪੋਰਟੈਂਟ ਰੋਲ ਆ। ਅਪਾਰਟ ਫਰੋਮ ਦਾ ਲੀਗਲ ਸਪੋਰਟ, ਦਾ ਗ੍ਰੇਟੈਸਟ ਨੀਡ ਫਾਰ ਦਾ ਸੋਲਿਊਸ਼ਨ ਆਫ ਦਾ ਪ੍ਰੋਬਲਮ ਆਫ ਕਾਸਟਿਜ਼ਮ ਇਜ਼ ਪ੍ਰੋਪਰ ਐਜੂਕੇਸ਼ਨ। ਤਾਂ ਇਹਦਾ ਸੋਲਿਊਸ਼ਨ ਐਜੂਕੇਸ਼ਨ ਆ। ਲੀਗਲ ਸਪੋਰਟ ਤਾਂ ਹੈ ਹੀ ਹੈ, ਨਾਲ ਐਜੂਕੇਸ਼ਨ ਵੀ ਇੱਕ ਹਥਿਆਰ ਦੀ ਤਰ੍ਹਾਂ ਕੰਮ ਕਰਦੀ ਹੈ ਜਿਹੜਾ ਇਸ ਚੀਜ਼ ਨੂੰ ਖਤਮ ਕਰ ਸਕਦਾ ਹੈ। ਦ ਐਜੂਕੇਸ਼ਨਲ ਇੰਸਟੀਟਿਊਸ਼ਨਸ ਸ਼ੁੱਡ ਬੀ ਏਬਲ ਟੂ ਪ੍ਰੋਵਾਈਡ ਐਨ ਐਟਮੋਸਫੀਅਰ in which caste distinctions are not encouraged। ਤਾਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇ ਜਿਹੜੀਆਂ ਉਹ ਇਸ ਤਰ੍ਹਾਂ ਦੀ ਐਜੂਕੇਸ਼ਨ ਪ੍ਰੋਵਾਈਡ ਕਰਨ ਜਾਂ ਇਸ ਤਰ੍ਹਾਂ ਦਾ ਮਾਹੌਲ ਦੇਣ ਬੱਚਿਆਂ ਨੂੰ ਜਿਹਦੇ ਵਿੱਚ ਜਾਤੀ ਦੇ ਨਾਲ ਸੰਬੰਧਿਤ ਜਿਹੜੇ ਭੇਦਭਾਵ ਨੇ ਉਹ ਨਾ ਹੋਣ। ਇਨ ਇੰਡੀਪੈਂਡੈਂਟ ਇੰਡੀਆ ਐਜੂਕੇਸ਼ਨਲ ਫੈਸਿਲਿਟੀਜ਼ ਆਰ ਐਕਸਟੈਂਡਡ ਇਨ ਆਲ ਕਾਸਟ ਪੀਪਲ। ਤਾਂ ਸੁਤੰਤਰ ਭਾਰਤ ਵਿੱਚ ਸਾਰੇ ਲੋਕਾਂ ਲਈ ਇਕੁਅਲ ਜਿਹੜੀਆਂ ਐਜੂਕੇਸ਼ਨ ਫੈਸਿਲਿਟੀਜ਼ ਨੇ ਜਿਹੜੀਆਂ ਉਹ ਵਧਾਈਆਂ ਗਈਆਂ। ਦਾ ਲੋਐਸਟ ਕਾਸਟ ਪੀਪਲ ਆਰ ਆਲਸੋ ਐਂਟਿਟਲਡ ਟੂ ਅਵੇਲ ਦੈਮਸੈਲਵ ਥੀਸ ਫੈਸਿਲਿਟੀਜ਼।
ਮਾਡਰਨ ਐਜੂਕੇਸ਼ਨ ਹੈਜ਼ ਓਪਨਡ ਦਾ ਡੋਰਸ ਟੂ ਚੇਂਜ ਦਾ ਕਾਸਟ। ਤਾਂ ਜਿਹੜੀ ਅੱਜ ਦੀ ਐਜੂਕੇਸ਼ਨ ਆ ਬਹੁਤ ਹੀ ਮੀਲ ਪੱਥਰ ਸਾਬਿਤ ਹੋਈ ਹੈ ਕਾਸਟਿਜ਼ਮ ਨੂੰ ਘਟਾਉਣ ਦੇ ਵਿੱਚ। ਤਾਂ ਹੁਣ ਅਸੀਂ ਅੱਗੇ ਦੇਖਦੇ ਹਾਂ ਕਿ ਇਹ ਚੀਜ਼ਾਂ ਨੇ ਜਿਹੜੀਆਂ ਕਾਸਟਿਜ਼ਮ ਨੂੰ ਘਟਾਉਂਦੀਆਂ ਨੇ ਕਿ ਨਹੀਂ ਘਟਾਉਂਦੀਆਂ। ਤਾਂ ਇਹ ਅੱਜ ਦੀ ਸੁਸਾਇਟੀ ਆ ਜਿਹੜੀ ਕਿ ਅਸੀਂ ਅੱਜ ਐਜੂਕੇਸ਼ਨ ਨਾਲ ਆਜ਼ਾਦੀ ਨੂੰ ਸਾਡੀ ਨੂੰ ਬਹੁਤ ਜ਼ਿਆਦਾ ਟਾਈਮ ਹੋ ਗਿਆ ਕਿ ਅਸੀਂ ਐਜੂਕੇਸ਼ਨ ਦੇ ਹਥਿਆਰ ਨਾਲ ਇਹ ਜਿਹੜਾ ਸੰਘਣਾ ਦਰਖਤ ਆ ਕਾਸਟਿਜ਼ਮ ਦਾ ਕਿ ਉਹਨੂੰ ਪੁੱਟ ਸਕੀਏ ਕਿ ਨਹੀਂ ਪੁੱਟ ਸਕੇ। Due to modern education, educated people have started having more and more intercaste social interactions in dining, festivals, and other public dealings, and intercaste marriages. But the social change desired in this regard is still a cry. ਤਾਂ ਮਾਡਰਨ ਐਜੂਕੇਸ਼ਨ ਦੇ ਜਿਹੜੇ ਪ੍ਰਭਾਵ ਵਿੱਚ ਐਜੂਕੇਟਿਡ ਪੀਪਲ ਨੇ, ਜਿਹੜੇ ਪੜ੍ਹੇ ਲਿਖੇ ਲੋਕ ਨੇ, ਉਹਨਾਂ ਨੇ ਕੀ ਕਰਨਾ ਸ਼ੁਰੂ ਕਰਤਾ, ਇੰਟਰਕਾਸਟ ਸੋਸ਼ਲ ਇੰਟਰੈਕਸ਼ਨਸ ਕਰਨੇ ਸ਼ੁਰੂ ਕਰਤੇ। ਖਾਣ ਪੀਣ ਦੇ ਵਿੱਚ ਉਹਨਾਂ ਨੇ ਆਪਣੇ ਮਤਲਬ ਕਿ ਜੋ ਵੀ ਚੇਂਜਿਸ ਲੈ ਕੇ ਆਉਂਦੀਆਂ ਜਾਂ ਉਹਨਾਂ ਨਾਲ ਉੱਠਣਾ ਬੈਠਣਾ ਸ਼ੁਰੂ ਕਰਤਾ ਜਾਂ ਖਾਣਾ ਪੀਣਾ ਸ਼ੁਰੂ ਕਰਤਾ, ਇੱਕ ਦੂਸਰੇ ਦੀ ਜਾਤ ਤੋਂ ਬਿਨਾਂ ਉਹ ਸਾਰਾ ਚੀਜ਼ ਕਰ ਰਹੇ ਨੇ। ਤਾਂ ਫੈਸਟੀਵਲਸ ਵੀ ਆਪਸ 'ਚ ਜਿਹੜੇ ਨੇ ਸੈਲੀਬ੍ਰੇਟ ਕਰ ਰਹੇ ਨੇ, ਪਬਲਿਕ ਡੀਲਿੰਗਸ ਵੀ ਬਿਨਾਂ ਕਾਸਟ ਤੋਂ ਹੋ ਰਹੀਆਂ ਨੇ। ਉੱਥੇ ਇਹ ਨਹੀਂ ਦੇਖਿਆ ਜਾਂਦਾ ਕਿ ਕੌਣ ਕਿਹੜੀ ਕਾਸਟ ਦਾ, ਜੋ ਵੀ ਡੀਲਿੰਗ ਹੁੰਦੀ ਆ ਉਹ ਪ੍ਰੋਪਰ ਤਰੀਕੇ ਨਾਲ ਹੁੰਦੀ ਆ। ਇੰਟਰਕਾਸਟ ਮੈਰਿਜਿਸ ਨੂੰ ਪ੍ਰਮੋਟ ਕੀਤਾ ਗਿਆ ਏ, ਪਰ ਜਿਹੜੀ ਵੀ ਚੇਂਜ ਆਉਣੀ ਚਾਹੀਦੀ ਸੀ ਉਹ ਅਜੇ ਤੱਕ ਨਹੀਂ ਆਈ। ਐਜੂਕੇਟਿਡ ਪੀਪਲ ਹੈਵ ਬਿਕਮ ਮੋਰ ਰਿਜਿਡ ਟੂ ਦੇਅਰ ਕਾਸਟਸ। ਤਾਂ ਅਸੀਂ ਦੇਖਦੇ ਹਾਂ ਸਮਾਜ ਦੇ ਵਿੱਚ ਕਿ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹ ਆਪਣੀ ਕਾਸਟ ਪ੍ਰਤੀ ਜ਼ਿਆਦਾ ਵਫਾਦਾਰ ਨੇ ਜਾਂ ਜ਼ਿਆਦਾ ਸਖਤ ਨੇ ਜਾਂ ਜ਼ਿਆਦਾ ਉਹ ਪ੍ਰਭਾਵ 'ਚ ਆਏ ਹੋਏ ਨੇ। ਦੇ ਸਟਿਲ ਨਾਟ ਓਨਲੀ ਪ੍ਰਾਊਡਲੀ ਰੋਟ ਦੇਅਰ caste or subcaste surnames, but indulge in all sort of nepotism, exploitation on the ground of caste। ਤਾਂ ਅੱਜ ਪੜ੍ਹੇ ਲਿਖੇ ਲੋਕ ਵੀ ਆਪਣੇ ਹਉਮੈ ਦੇ ਅਧੀਨ ਜਿਹੜੀ ਕਾਸਟ ਨੂੰ ਪ੍ਰਮੋਟ ਕਰ ਰਹੇ ਨੇ, ਆਪਣੇ ਸਰਨੇਮ ਲਿਖ ਕੇ ਜਾਂ ਜੋ ਵੀ ਆ ਆਪਣੇ ਸ਼ੋਅ ਆਫ ਕਰਕੇ ਜਿਹੜਾ ਇਸ ਚੀਜ਼ ਨੂੰ ਵਧਾ ਰਹੇ ਨੇ, ਘਟਾ ਨਹੀਂ ਰਹੇ। ਪਰ ਅਸੀਂ ਦੇਖਦੇ ਹਾਂ ਕਿ ਐਜੂਕੇਸ਼ਨ ਦੇ ਨਾਲ ਕਾਫੀ ਸਾਰੀਆਂ ਚੇਂਜਿਸ ਨੇ ਜਿਹੜੀਆਂ ਕਾਸਟ ਸਿਸਟਮ ਦੇ ਵਿੱਚ ਆਈਆਂ ਨੇ। ਪਹਿਲਾਂ ਵਾਲੀ ਗੱਲ ਤਾਂ ਨਹੀਂ ਰਹੀ, ਪਰ ਜੇ ਅਸੀਂ ਦੇਖੀਏ ਕਿ ਬਹੁਤ ਜ਼ਿਆਦਾ ਚੇਂਜਿਸ ਆਉਣੀਆਂ ਚਾਹੀਦੇ ਨੇ ਉਹ ਵੀ ਨਹੀਂ ਆਈਆਂ। ਤਾਂ ਅੱਜ ਐਜੂਕੇਸ਼ਨ ਦੇ ਨਾਲ ਅਸੀਂ ਰਿਲੇਟ ਕਰਕੇ ਦੇਖੀ ਕਾਸਟ ਨੂੰ ਤਾਂ ਕੀ ਚੀਜ਼ ਇਹਦੇ ਵਿੱਚ ਚੇਂਜ ਹੋਈ ਆ ਜਾਂ ਕੀ ਫੀਚਰਸ ਨੇ ਇਸ ਸਿਸਟਮ ਦੇ ਅੱਜ। Caste is not very much associated with the hereditary occupations। ਤਾਂ ਜਿਹੜੀ ਕਾਸਟ ਆ ਉਹ ਬਹੁਤ ਜ਼ਿਆਦਾ ਜਿਹੜੀ ਆਕੂਪੇਸ਼ਨ ਨਾਲ ਸੰਬੰਧ ਨਹੀਂ ਰੱਖਦੀ ਜਿਵੇਂ ਪਹਿਲਾਂ ਸੀ ਕਿ ਜੋ ਜਿਸ ਕਾਸਟ ਨਾਲ ਸੰਬੰਧ ਰੱਖਦਾ ਸੀ ਉਸੇ ਤਰ੍ਹਾਂ ਦਾ ਆਕੂਪੇਸ਼ਨ ਕਰਦਾ ਸੀ। ਐਕਸੋਗੈਮੀ, ਇੰਟਰਕਾਸਟ ਔਰ ਇੰਟਰ ਰਿਲੀਜਨ ਮੈਰਿਜਸ ਆਰ ਅਲਾਊਡ। ਤਾਂ ਐਕਸੋਗੈਮੀ ਦਾ ਮਤਲਬ ਇਹ ਆ ਕਿ ਅਸੀਂ ਦੂਸਰੀ ਜਾਤ 'ਚ ਵਿਆਹ ਕਰਵਾ ਸਕਦੇ ਹਾਂ। ਦਾ ਕੌਨਸਟੀਟਿਊਸ਼ਨ ਆਫ ਇੰਡੀਆ ਹੈਵ ਰਿਮੂਵਡ ਦਾ ਰਿਸਟ੍ਰਿਕਸ਼ਨਸ ਐਂਡ ਮੇਡ ਆਲ ਕਾਸਟਸ ਇਕੁਅਲ। ਤਾਂ ਸੰਵਿਧਾਨ ਦੇ ਪ੍ਰਭਾਵ ਹੇਠਾਂ ਵੀ ਅਸੀਂ ਜਿਹੜੀਆਂ ਸਾਰੀਆਂ ਕਾਸਟ ਨੂੰ ਇਕੁਅਲ ਮੰਨਦੇ ਹਾਂ। ਕਾਸਟ ਪੰਚਾਇਤ ਹੈਵ ਬਿਕਮ ਵੀਕ। ਜਿਹੜੀਆਂ ਕਾਸਟ ਨਾਲ ਸੰਬੰਧਿਤ ਪੰਚਾਇਤਾਂ ਸੀਗੀਆਂ ਉਹ ਵੀ ਕਮਜ਼ੋਰ ਹੋ ਗਈਆਂ ਨੇ ਹੁਣ। ਟੱਚੇਬਲ ਐਂਡ ਅਨਟੱਚੇਬਲ ਇਜ਼ ਨਾਟ ਫੈਲਟ ਅਮੰਗ ਲਿਟਰੇਟ ਪੀਪਲ। ਛੂਆ-ਛੂਤ ਦੀ ਭਾਵਨਾ ਹੈ ਜਿਹੜੀ ਉਹ ਪੜ੍ਹੇ ਲਿਖੇ ਲੋਕਾਂ ਦੇ ਵਿੱਚ ਐਗਜ਼ਿਸਟ ਨਹੀਂ ਕਰਦੀ। ਸੋਸ਼ਲ ਇੰਟਰੈਕਸ਼ਨ ਐਂਡ ਸੋਸ਼ਲ ਰਿਲੇਸ਼ਨਸ਼ਿਪਸ ਹੈਵ ਬੀਨ ਐਸਟੈਬਲਿਸ਼ਿੰਗ ਇਨ ਦਾ ਸੋਸਾਇਟੀ ਵਿਦਾਊਟ ਸੀਕਿੰਗ ਦਾ ਕਾਸਟ ਬੈਕਗਰਾਊਂਡ। ਤਾਂ ਜਦੋਂ ਵੀ ਅਸੀਂ ਕਿਸੇ ਸਮਾਜ ਦੇ ਵਿੱਚ ਵਿਵਹਾਰ ਕਰਦੇ ਹਾਂ, ਕਿਸੇ ਨਾਲ ਇੰਟਰੈਕਸ਼ਨ ਕਰਦੇ ਹਾਂ, ਗੱਲਬਾਤ ਕਰਦੇ ਹਾਂ ਜਾਂ ਸੋਸ਼ਲ ਰਿਲੇਸ਼ਨਸ਼ਿਪਸ ਕਰਦੇ ਹਾਂ ਆਂਢ ਗੁਆਂਢ ਨਾਲ ਜਾਂ ਜੋ ਵੀ ਅਸੀਂ ਭਾਈਚਾਰੇ ਨਾਲ ਸੰਬੰਧਿਤ ਅਸੀਂ ਗੱਲਬਾਤ ਕਰਦੇ ਹਾਂ ਇੱਕ ਦੂਜੇ ਨਾਲ, ਤਾਂ ਉਹਦੇ ਵਿੱਚ ਕੋਈ ਵੀ ਕਾਸਟ ਬੈਕਗਰਾਊਂਡ ਦਿਖਾਈ ਨਹੀਂ ਦਿੰਦੀ ਕਿ ਅਸੀਂ ਕਾਸਟ ਦੇ ਬੇਸ 'ਤੇ ਹੀ ਇੱਕ ਦੂਜੇ ਨਾਲ ਵਰਤਾਰਾ ਰੱਖਣਾ ਹੈ। ਕਾਸਟ ਇਜ਼ ਨਾਟ ਬੈਰੀਅਰ ਫਾਰ ਦਾ ਇੰਡੀਵਿਜੂਅਲਸ ਪ੍ਰੋਗਰੈਸ। ਕਾਸਟ ਆ ਜਿਹੜੀ ਉਹ ਵਿਅਕਤੀ ਦੇ ਜਿਹੜਾ ਵਿਕਾਸ ਆ ਉਹਦੇ ਵਿੱਚ ਰੋੜਾ ਨਹੀਂ ਅਟਕਾ ਸਕਦੀ। ਜੇ ਨੀਵੀਂ ਜਾਤ ਜਿਹਨੂੰ ਅਸੀਂ ਕਹਿੰਦੇ ਸੀ ਅੱਗੇ,
ਉਹ ਬੱਚੇ ਜਿਹੜੇ ਨੇ ਉਹ ਪੜ੍ਹ ਲਿਖ ਕੇ ਵੱਡੇ ਬਣਨਾ ਚਾਹੁੰਦੇ ਨੇ ਤਾਂ ਉਹ ਉੱਥੇ ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ। ਤਾਂ ਅੱਜ ਦਾ ਸਮਾਜ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਇੰਡਸਟਰੀਅਲਾਈਜੇਸ਼ਨ, ਅਰਬਨਾਈਜੇਸ਼ਨ ਐਂਡ ਵੈਸਟਰਨਾਈਜੇਸ਼ਨ ਹੈਜ਼ ਚੇਂਜਡ ਦਾ ਰੋਲ ਆਫ ਕਾਸਟ। ਉਦਯੋਗੀਕਰਨ, ਸ਼ਹਿਰੀਕਰਨ, ਪੱਛਮੀਕਰਨ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੇ ਕਾਸਟ ਦੇ ਰੋਲ ਨੂੰ ਚੇਂਜ ਕਰਤਾ, ਕਿਉਂਕਿ ਸਾਰੇ ਕਿਤੇ ਸਾਰੇ ਲੋਕ ਨੇ ਜਿਹੜੇ ਉਹ ਇਕੁਅਲ ਨੇ। ਦਾ ਇਨਫਲੂਐਂਸ ਆਫ ਕਾਸਟ ਸਿਸਟਮ ਇਜ਼ ਸਲੋਲੀ ਡਿਕਰੀਜ਼ਿੰਗ। ਜਿਹੜਾ ਪ੍ਰਭਾਵ ਆ ਕਾਸਟ ਸਿਸਟਮ ਦਾ ਹੌਲੀ ਹੌਲੀ ਘਟਦਾ ਜਾ ਰਿਹਾ ਹੈ, ਖਤਮ ਨਹੀਂ ਹੋਇਆ ਪਰ ਘਟਦਾ ਜਾ ਰਿਹਾ ਹੈ। ਤਾਂ ਅੱਜ ਦੀ ਵੀਡੀਓ 'ਚ ਸਿਰਫ ਇੰਨਾ ਹੀ ਟੌਪਿਕ, ਅੱਗੇ ਫਿਰ ਨਵਾਂ ਟੌਪਿਕ ਲੈ ਕੇ ਮਿਲਦੇ ਹਾਂ। Okay, thanks.